ਸਤਿ ਸ੍ਰੀ ਅਕਾਲ, ਸਵਾਗਤ ਹੈ ਗੌਰਵ ਸ਼ੁਕਲਾ। ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ 6 ਵਜੇ ਦੀਆਂ 6 ਵੱਡੀਆਂ ਖਬਰਾਂ ਲੈ ਕੇ। ਇਹਨਾਂ 6 ਖਬਰਾਂ ਦੇ ਜ਼ਰੀਏ ਪੰਜਾਬ ਭਰ ਦਾ ਹਾਲ ਤੁਹਾਨੂੰ ਹੁਣ ਪੂਰੇ ਦਿਨ ਦਾ ਕੀ ਰਿਹਾ ਹੈ ਉਹ ਦੱਸਾਂਗੇ। 6 ਖਬਰਾਂ, ਸਭ ਤੋਂ ਪਹਿਲਾਂ 6ਵੀਂ ਖਬਰ, ਉਸ ਤੋਂ ਬਾਅਦ ਉਸ ਤੋਂ ਵੱਡੀ ਖਬਰ, 5ਵੀਂ, ਫਿਰ ਚੌਥੀ, ਫਿਰ ਤੀਜੀ, ਦੂਜੀ ਤੇ ਫਿਰ ਪਹਿਲੀ, ਯਾਨੀ ਦਿਨ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੱਸਾਂਗੇ। ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ NIA ਦੀ। ਜੀ ਹਾਂ, ਹੁਣ ਹਰ ਸੂਬੇ ਦੇ ਵਿੱਚ NIA ਦੀ ਬ੍ਰਾਂਚ ਹੋਏਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਇਹ ਐਲਾਨ ਜਾਂ ਕਹੀਏ ਕਿ ਸਟੇਟਮੈਂਟ ਦਿੱਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਹੈ ਕਿ ਹਰ ਸੂਬੇ ਦੇ ਵਿੱਚ 2024 ਤੱਕ NIA ਯਾਨੀ ਕਿ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਹੈ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ, ਉਹਨਾਂ ਦੀ ਬ੍ਰਾਂਚ ਹੋਵੇਗੀ। ਔਰ ਇਹ ਵੀ ਨਾਲ ਹੀ ਕਹਿ ਦਿੱਤਾ ਗਿਆ ਕਿ NIA ਦੇ ਉੱਤੇ ਕੋਈ ਖੇਤਰ ਦੀ ਪਾਬੰਦੀ ਨਹੀਂ ਹੋਏਗੀ, ਕੋਈ ਜੀਓਗ੍ਰਾਫਿਕਲੀ ਪਾਬੰਦੀ ਨਹੀਂ ਹੋਏਗੀ। ਫਰੀਦਾਬਾਦ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਅੰਦਰੂਨੀ ਸੁਰੱਖਿਆ ਦੇ ਮਸਲੇ ਦੇ ਉੱਤੇ 2 ਦਿਨਾਂ ਦਾ ਇਹ ਪੂਰਾ ਮੰਥਨ ਤੇ ਮੀਟਿੰਗ ਹੋ ਰਿਹਾ ਹੈ, ਜਿੱਥੇ ਵੱਖ-ਵੱਖ ਸੂਬਿਆਂ ਦੇ ਗ੍ਰਹਿ ਮੰਤਰੀ ਪਹੁੰਚੇ ਹੋਏ ਨੇ। ਪੰਜਾਬ ਦੇ ਵੱਲੋਂ ਸੂਬੇ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਭਗਵੰਤ ਮਾਨ ਪਹੁੰਚੇ ਹੋਏ ਨੇ। ਗ੍ਰਹਿ ਮੰਤਰਾਲਾ ਵੀ ਉਹਨਾਂ ਦੇ ਕੋਲ ਹੈ ਤੇ ਇਸ ਮੀਟਿੰਗ ਦੇ ਦੌਰਾਨ ਹੀ ਕੇਂਦਰੀ ਗ੍ਰਹਿ ਮੰਤਰੀ ਦੇ ਵੱਲੋਂ ਇਹ ਸਟੇਟਮੈਂਟ ਦਿੱਤੀ ਗਈ, ਕਿਉਂਕਿ ਇੰਟਰਨਲ ਸਿਕਿਉਰਿਟੀ ਨੂੰ ਲੈ ਕੇ ਪੂਰਾ ਮਸਲਾ ਸੀ ਤੇ ਉਹਨਾਂ ਨੇ ਕਿਹਾ ਕਿ NIA ਦੀ ਬ੍ਰਾਂਚ ਹਰ ਇੱਕ ਸੂਬੇ ਦੇ ਵਿੱਚ 2024 ਤੱਕ ਹੋਵੇਗੀ ਔਰ ਕੋਈ ਖੇਤਰ ਦੀ पाबंदी NIA ਦੇ ਉੱਤੇ नहीं होगी। NIA को एक्स्ट्रा टेरिटोरियल क्षेत्र अधिकार देने का काम भी किया गया है और आतंकवादी से विचारधारा से अर्जित संपत्ति को जब्त करने का अधिकार भी NIA को दिया गया है। और हमने तय किया है 2024 तक देश के सभी राज्यों में NIA की शाखाओं को स्थापित कर एक दृढ़ आतंकवाद विरोधी नेटवर्क बनाने में हम सफल होंगे। ਤਾਂ ਸੂਬੇ ਦੇ ਵਿੱਚ ਹਰ ਇੱਕ ਸੂਬੇ ਦੇ ਵਿੱਚ NIA ਦੀ ਬ੍ਰਾਂਚ ਹੋਵੇਗੀ 2024 ਤੱਕ, ਇਹ ਗ੍ਰਹਿ ਮੰਤਰੀ ਕਹਿੰਦੇ ਹੋਏ ਨਜ਼ਰ ਆ ਰਹੇ ਨੇ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਦਿਨ ਦੀ 5ਵੀਂ ਵੱਡੀ ਖਬਰ ਖਾਲਿਸਤਾਨ ਦੇ ਨਾਲ ਜੁੜੀ ਹੋਈ। ਖਾਲਿਸਤਾਨ ਦੇ ਉੱਤੇ ਕੈਨੇਡਾ ਦੇ ਹਾਈ ਕਮਿਸ਼ਨਰ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ, ਉਸ ਦਾ ਜ਼ਿਕਰ ਹੋਏਗਾ ਤੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਕੈਨੇਡਾ ਦੇ ਵਿੱਚ ਹਰ ਧਰਮ ਦੇ ਲੋਕਾਂ ਦਾ ਸਵਾਗਤ ਹੈ। ਕੁਝ ਦਿਨ ਪਹਿਲਾਂ ਹੀ, ਇੱਕ ਦਿਨ ਪਹਿਲਾਂ ਹੀ ਉੱਥੇ ਖਾਲਿਸਤਾਨੀ ਸਮਰਥਕਾਂ ਤੇ ਭਾਰਤੀ ਸਮਰਥਕਾਂ ਦੇ ਵਿਚਾਲੇ ਹੰਗਾਮਾ ਹੋਇਆ ਸੀ, ਤਿਰੰਗੇ ਦੀ ਬੇਅਦਬੀ ਕੀਤੀ ਗਈ ਸੀ। ਦਰਅਸਲ ਜਿਹੜੇ ਕੈਨੇਡਾ ਦੇ ਹਾਈ ਕਮਿਸ਼ਨਰ ਨੇ, ਜਿਹੜੇ ਭਾਰਤ ਦੇ ਵਿੱਚ ਹੁੰਦੇ ਨੇ, ਤਾਂ ਉਹ ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਮੱਥਾ ਟੇਕਣ ਦੇ ਲਈ, ਨਤਮਸਤਕ ਹੋਣ ਦੇ ਲਈ ਪਹੁੰਚੇ ਹੋਏ ਸੀ ਤੇ ਇਸ ਦੌਰਾਨ ਜਦੋਂ ਮੀਡੀਆ ਦੇ ਨਾਲ ਗੱਲਬਾਤ ਹੋਈ ਤਾਂ ਹਾਈ ਕਮਿਸ਼ਨਰ ਕੈਮਰਨ ਮੈਕਕੇ ਨੇ ਕਿਹਾ ਕਿ ਸਾਰੇ ਦੇਸ਼ਾਂ ਦੇ ਜਾਂ ਫਿਰ ਸਾਰੇ ਧਰਮਾਂ ਦੇ ਲੋਕਾਂ ਦਾ ਸਵਾਗਤ ਹੈ ਕੈਨੇਡਾ ਦੇ ਵਿੱਚ। ਤੁਹਾਨੂੰ ਦੱਸ ਦਈਏ ਕਿ 2 ਦਿਨ ਪਹਿਲਾਂ ਹੀ ਕੈਨੇਡਾ ਦੇ ਵਿੱਚ ਭਾਰਤੀ ਅਤੇ ਖਾਲਿਸਤਾਨੀ ਸਮਰਥਕ ਆਮੋ ਸਾਹਮਣੇ ਸਨ, ਇੱਕ ਦੂਜੇ ਦੇ ਖਿਲਾਫ ਜ਼ਬਰਦਸਤ ਉਹਨਾਂ ਨੇ ਨਾਅਰੇਬਾਜ਼ੀ ਉੱਥੇ ਕੀਤੀ ਸੀ ਤੇ ਇਸ ਦੌਰਾਨ ਖਾਲਿਸਤਾਨੀ ਸਮਰਥਕਾਂ ਨੇ ਤਿਰੰਗੇ ਝੰਡੇ ਦਾ ਅਪਮਾਨ ਵੀ ਕੀਤਾ ਸੀ। ਇਸ ਕਰਕੇ ਪੂਰਾ ਮਸਲਾ ਖੂਬ ਸੁਰਖੀਆਂ ਦੇ ਵਿੱਚ ਹੈ, ਪਰ ਹਾਈ ਕਮਿਸ਼ਨਰ ਸਾਹਿਬ ਦੀ ਸਟੇਟਮੈਂਟ ਜ਼ਰੂਰ ਇੱਕ ਕੁਐਸਚਨ ਮਾਰਕ ਖੜਾ ਕਰ ਰਹੀ ਹੈ ਕਿ ਕਿਸੇ ਦੇਸ਼ ਦੇ ਵਿੱਚ, ਕੈਨੇਡਾ ਦੇ ਵਿੱਚ ਬੈਠ ਕੇ ਕਿਸੇ ਦੇਸ਼ ਦੀ ਏਕਤਾ ਅਖੰਡਤਾ ਨੂੰ ਤੋੜਨ ਦੀਆਂ ਗੱਲਾਂ ਕਿ ਵਾਕਈ ਹੀ ਕੈਨੇਡਾ ਨੂੰ ਇਹ ਮਨਜ਼ੂਰ ਹੈ। ਫਿਲਹਾਲ ਕਹਿ ਰਹੇ ਨੇ ਕਿ ਸਾਰੇ ਧਰਮਾਂ ਦੇ ਲੋਕਾਂ ਨੂੰ ਅਸੀਂ ਪਿਆਰ ਕਰਦੇ ਹਾਂ ਤੇ ਸਭ ਦਾ ਵੈਲਕਮ ਹੈ। How your government is dealing with the outfits called Khalistan, and which is known as anti-India. Well, in Canada, we love people of all faiths. So, any action against the Khalistani outfits? All faiths are welcome in Canada. Any comments on referendum they called? All faiths are welcome in Canada. ਤਾਂ ਹਰ ਜਵਾਬ ਦੇ ਵਿੱਚ ਇਹੀ ਜ਼ਿਕਰ ਕਰਦੇ ਨਜ਼ਰ ਆਏ ਹਾਈ ਕਮਿਸ਼ਨਰ ਕਿ ਸਭ ਦਾ ਆਲ ਵੈਲਕਮ, ਸਭ ਦਾ ਵੈਲਕਮ ਹੈ, ਸਭ ਦਾ ਸਵਾਗਤ ਹੈ। ਪਰ ਕੀ ਕਿਸੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਨ ਵਾਲੇ ਲੋਕਾਂ ਦਾ ਵੀ ਇਹ ਕੈਨੇਡਾ ਦੀ ਸਰਕਾਰ ਜਾਂ ਲੋਕ ਵੈਲਕਮ ਕਰਨਗੇ? ਅਗਲੀ ਖਬਰ ਦਾ ਰੁਖ ਕਰਦੇ ਹਾਂ। ਖਬਰ ਹੈ ਤਰਨਤਾਰਨ ਤੋਂ। 1993 ਫੇਕ ਐਨਕਾਊਂਟਰ ਮਾਮਲੇ ਦੇ ਵਿੱਚ 2 ਤਤਕਾਲੀ ਪੁਲਿਸ ਅਫਸਰ ਦੋਸ਼ੀ ਕਰਾਰ ਦਿੱਤੇ ਗਏ ਨੇ ਮੋਹਾਲੀ ਦੀ CBI ਕੋਰਟ ਦੇ ਵੱਲੋਂ। ਜੀ ਹਾਂ, ਵੱਡੀ ਖਬਰ, ਦਿਨ ਦੀ ਚੌਥੀ ਵੱਡੀ ਖਬਰ ਅਸੀਂ ਤੁਹਾਨੂੰ ਦੱਸ ਰਹੇ ਹਾਂ। ਕਿਉਂ ਇਹ ਖਾਸ ਹੈ? ਕਿਉਂਕਿ ਕਰੀਬ 29 ਸਾਲ ਲੱਗ ਗਏ, 3 ਦਹਾਕੇ ਲੱਗ ਗਏ ਇੱਕ ਐਨਕਾਊਂਟਰ ਨੂੰ ਦੱਸਣ ਦੇ ਲਈ ਕਿ ਇਹ ਫੇਕ ਐਨਕਾਊਂਟਰ ਸੀ। ਪਰਿਵਾਰ ਲਗਾਤਾਰ ਲਾਜ਼ਮੀ ਤੌਰ ਤੇ ਲੜਾਈ ਲੜਦਾ ਰਿਹਾ ਤੇ 2 ਤਤਕਾਲੀ ਪੁਲਿਸ ਅਫਸਰ ਦੋਸ਼ੀ ਕਰਾਰ ਦਿੱਤੇ ਗਏ ਨੇ 1993 ਦੇ ਇੱਕ ਫੇਕ ਐਨਕਾਊਂਟਰ ਦੇ ਵਿੱਚ। ਮੋਹਾਲੀ CBI ਕੋਰਟ ਨੇ ਦੋਸ਼ੀ ਠਹਿਰਾਇਆ ਸ਼ਮਸ਼ੇਰ ਸਿੰਘ ਤੇ ਜਗਤਾਰ ਸਿੰਘ, ਤੇ ਦੋਵੇਂ ਦੋਸ਼ੀ ਕਰਾਰ ਦਿੱਤੇ ਗਏ ਨੇ। 2 ਨਵੰਬਰ ਨੂੰ ਸਜ਼ਾ ਸੁਣਾਈ ਜਾਵੇਗੀ CBI ਕੋਰਟ ਦੇ ਵੱਲੋਂ। ਐਨਕਾਊਂਟਰ ਵੇਲੇ ASI ਸੀ ਜਗਤਾਰ ਸਿੰਘ ਤੇ ਤਤਕਾਲੀ ਹੈੱਡ ਕਾਂਸਟੇਬਲ ਸ਼ਮਸ਼ੇਰ ਸਿੰਘ ਤੇ ਜਿਨ੍ਹਾਂ ਨੂੰ ਹੁਣ ਦੋਸ਼ੀ ਕਰਾਰ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਫੇਕ ਐਨਕਾਊਂਟਰ ਮਾਮਲੇ ਦੇ ਵਿੱਚ 4 ਮੁਲਜ਼ਮ ਨਾਮਜ਼ਦ ਸੀ। 2 ਮੁਲਜ਼ਮਾਂ ਦੀ ਮੌਤ ਹੋ ਚੁੱਕੀ ਹੈ। ਤਤਕਾਲੀ SHO ਪੂਰਨ ਚੰਦ ਅਤੇ ASI ਜਾਗੀਰ ਸਿੰਘ ਦੀ ਮੌਤ ਹੋ ਚੁੱਕੀ ਹੈ। ਦੱਸ ਦਈਏ ਕਿ 1993 ਦੇ ਵਿੱਚ ਫੇਕ ਐਨਕਾਊਂਟਰ ਦੇ ਵਿੱਚ 2 ਲੋਕਾਂ
ਦੀ ਮੌਤ ਹੋ ਗਈ ਸੀ। ਕਿਹਾ ਜਾਂਦਾ ਜਾਂ ਇਲਜ਼ਾਮ ਲੱਗੇ ਕਿ ਤਰਨਤਾਰਨ ਦੀ ਪੁਲਿਸ ਹਰਬੰਸ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲੈ ਕੇ ਆਈ ਸੀ। ਰਿਕਵਰੀ ਦੇ ਬਹਾਨੇ ਉਸ ਦਾ ਫੇਕ ਐਨਕਾਊਂਟਰ ਕੀਤਾ ਗਿਆ। ਪੁਲਿਸ ਨੇ ਉਸ ਵੇਲੇ ਹਰਬੰਸ ਦੇ ਨਾਲ ਇੱਕ ਹੋਰ ਸ਼ਖਸ ਵੀ ਦਿਖਾਇਆ ਸੀ। ਫੇਕ ਐਨਕਾਊਂਟਰ ਦਾ ਮਾਮਲਾ ਸੀ 1993 ਦੇ ਵਿੱਚ ਇੱਕ ਹਰਬੰਸ ਸਿੰਘ ਨਾਮ ਦੇ ਵਿਅਕਤੀ ਨੂੰ ਪੁਲਿਸ ਜਿਹੜੀ ਤਰਨਤਾਰਨ ਸਦਰ ਦੀ ਪੁਲਿਸ ਸੀ ਉਸ ਟਾਈਮ ਦਾ ਜਿਹੜਾ ਐਸਐਚਓ ਪੂਰਨ ਸਿੰਘ ਸੀ ਉਹ ਪ੍ਰੋਡਕਸ਼ਨ ਵਾਰੰਟ ਤੇ ਜੇਲ੍ਹ ਚੋਂ ਲੈ ਕੇ ਆਇਆ ਸੀ। ਉਸ ਤੋਂ ਬਾਅਦ ਉਹਨੂੰ ਰਿਕਵਰੀ ਕਰਨ ਦੇ ਬਹਾਨੇ ਵੀ ਇਹਦੇ ਕੋ ਰਿਕਵਰੀ ਕਰਨੀ ਇਹਨੂੰ ਲਿਜਾਇਆ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਇਹ ਸ਼ੋਅ ਕਰ ਦਿੱਤਾ ਵੀ ਇਹਨੂੰ ਖਾੜਕੂਆਂ ਨੇ ਛਡਾਉਣ ਦੀ ਕੋਸ਼ਿਸ਼ ਕੀਤੀ ਆ ਤੇ ਉਸ ਫਾਇਰਿੰਗ ਦੇ ਵਿੱਚ ਜਿਹੜਾ ਇਹ ਮਾਰਿਆ ਗਿਆ ਤੇ ਨਾਲ ਇੱਕ ਅਣਪਛਾਤਾ ਖਾੜਕੂ ਹੋਰ ਮਾਰਿਆ ਗਿਆ। ਜਿਹੜੀ ਇਸ ਦੀ ਜਿਹੜੀ ਆ ਖਾਲੜਾ ਸਾਹਿਬ ਦੇ ਕੇਸ ਤੋਂ ਬਾਅਦ ਜਿਹੜੀ ਇਹਦੀ ਜਾਂਚ ਸੀਬੀਆਈ ਕੋਲ ਆਈ। ਸੀਬੀਆਈ ਨੇ ਇਹਦੇ 'ਚ ਐਫਆਈਆਰ ਰਜਿਸਟਰਡ ਕਰਕੇ ਤੇ 2001 ਦੇ ਵਿੱਚ ਜਿਹੜਾ ਚਲਾਨ ਕੋਰਟ ਦੇ ਵਿੱਚ ਦੇ ਦਿੱਤਾ 4 ਬੰਦਿਆਂ ਦੇ ਖਿਲਾਫ, ਪੂਰਨ ਸਿੰਘ ਐਸਐਚਓ, ਜਗੀਰ ਸਿੰਘ, ਸ਼ਮਸ਼ੇਰ ਸਿੰਘ ਤੇ ਜਗਤਾਰ ਸਿੰਘ ਦੇ ਖਿਲਾਫ। ਜਿਹੜੀ ਟ੍ਰਾਇਲ ਦੌਰਾਨ ਆ 2 ਬੰਦਿਆਂ ਦੀ ਡੈਥ ਹੋ ਗਈ, ਪੂਰਨ ਸਿੰਘ ਤੇ ਜਗੀਰ ਸਿੰਘ ਦੀ। ਜਿਹੜੇ 2 ਹੀ ਉਹਨਾਂ ਨੂੰ ਅੱਜ 120(b), 302 ਤੇ 218 ਦੇ ਵਿੱਚ ਮਾਨਯੋਗ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ ਤੇ ਜਿਹੜੀ ਸਜ਼ਾ ਆਉਣ ਵਾਲੀ 2 ਤਰੀਕ ਨੂੰ ਸੁਣਾਈ ਜਾਊਗੀ। ਤਾਂ 3 ਦਹਾਕੇ ਦਾ ਕਰੀਬ ਸਮਾਂ ਲੱਗ ਗਿਆ। 1993 ਤੋਂ 2022 ਆ ਗਿਆ ਕਿ ਫੇਕ ਐਨਕਾਊਂਟਰ ਮਾਮਲੇ ਦੇ ਵਿੱਚ ਇਨਸਾਫ ਹੁੰਦੇ ਹੁਣ 2 ਤਰੀਕ ਦਾ ਇੰਤਜ਼ਾਰ ਰਹੇਗਾ ਜਦੋਂ ਇਹਨਾਂ ਦੋਸ਼ੀਆਂ ਨੂੰ ਸਜ਼ਾ ਅਦਾਲਤ ਦੇ ਵੱਲੋਂ ਸੁਣਾਈ ਜਾਂਦੀ ਹੈ। ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ। ਅਮਰੀਕਾ ਦੇ ਵਿੱਚ ਪਹਿਲੇ ਸਿੱਖ ਪੁਲਿਸ ਅਫਸਰ ਦੇ ਕਤਲ ਦੇ ਮਾਮਲੇ ਦੇ ਵਿੱਚ ਕੋਰਟ ਨੇ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਹੈ। ਜੀ ਇਹ ਵੱਡੀ ਖਬਰ ਹੈ। ਇਸ ਤੋਂ ਪਹਿਲਾਂ ਅਸੀਂ 1993 ਦੇ ਫੇਕ ਐਨਕਾਊਂਟਰ ਦਾ ਜ਼ਿਕਰ ਕਰ ਰਹੇ ਸੀ। ਉਸ ਮਾਮਲੇ ਦੇ ਵਿੱਚ 30 ਸਾਲ ਕਰੀਬ ਲੱਗ ਗਏ, 3 ਦਹਾਕੇ 29 ਸਾਲ ਲੱਗ ਗਏ। ਪਰ ਅਮਰੀਕਾ ਦੇ ਵਿੱਚ 2019 ਚ ਹੋਏ ਕਤਲ ਮਾਮਲੇ 'ਚ ਕਰੀਬ 3 ਸਾਲ ਬਾਅਦ ਹੀ ਜਿਹੜਾ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਦਿਨ ਦੀ ਤੀਜੀ ਵੱਡੀ ਖਬਰ ਹੈ, ਕੋਰਟ ਨੇ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਜੂਰੀ ਮੈਂਬਰ ਸੀ ਜਿਹੜੇ, ਤੁਹਾਨੂੰ ਦੱਸ ਦਈਏ ਕਿ ਜੂਰੀ ਮੈਂਬਰਸ ਨੇ ਰੌਬਰਟ ਸੋਲਿਸ ਨੂੰ, ਜੋ ਕਿ ਮੁਲਜ਼ਮ ਸੀ ਇਸ ਪੂਰੇ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਗਿਆ, ਉਸ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਸਤੰਬਰ 2019 ਦੇ ਵਿੱਚ ਸੰਦੀਪ ਧਾਲੀਵਾਲ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਧਾਲੀਵਾਲ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਹੈਰਿਸ ਕਾਉਂਟੀ ਵਿਭਾਗ ਦੇ ਪਹਿਲੇ ਸਿੱਖ ਪੁਲਿਸ ਅਫਸਰ ਸੀ ਸੰਦੀਪ ਧਾਲੀਵਾਲ। ਫੈਸਲੇ ਤੋਂ ਪਹਿਲਾਂ ਦੋਸ਼ੀ ਨੇ ਆਪਣੇ ਬਚਾਅ ਦੇ ਵਿੱਚ ਕਿਹਾ ਕਿ ਉਸਨੇ ਧਾਲੀਵਾਲ ਨੂੰ ਗਲਤੀ ਦੇ ਨਾਲ ਗੋਲੀ ਮਾਰ ਦਿੱਤੀ ਸੀ, ਪਰ ਪੀੜਤ ਪੱਖ ਨੇ ਦਲੀਲ ਦਿੱਤੀ ਕਿ ਸੋਲਿਸ ਨੇ ਜਾਣਬੁੱਝ ਕੇ ਗੋਲੀ ਚਲਾਈ ਤੇ ਕਤਲ ਕੀਤਾ ਸੰਦੀਪ ਧਾਲੀਵਾਲ ਦਾ। ਖੈਰ ਅਦਾਲਤ ਨੇ ਜੋ ਸ਼ਖਸ ਤੁਸੀਂ ਦੇਖ ਰਹੇ ਹੋ, ਇੱਕ ਪਾਸੇ ਸੰਦੀਪ ਧਾਲੀਵਾਲ ਦੀ ਫੋਟੋ ਹੈ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ, ਦੂਜੇ ਪਾਸੇ ਉਸ ਮੁਲਜ਼ਮ ਦੀ ਫੋਟੋ ਹੈ ਦੋਸ਼ੀ ਦੀ ਜਿਸ ਨੂੰ ਮੌਤ ਦੀ ਸਜ਼ਾ ਹੁਣ ਸੁਣਾਈ ਗਈ। तो अंदाजी कि संदीप धालीवाल का परिवार कपूरथला जिले के नाल ताल्लुक रखता सी। लाजमी तौर पर उन्हों का परिवार ते जिहड़े नेड़े दे लोग ने और राहत जरूर महसूस कर रहे होंगे जिस तरीके नाल मौत की सजा सुनाई गई है। अगली वड्डी खबर का रुख करते हैं। खबर नंबर 2 दिन की, नोटां दे उत्ते फोटो नूं लैके सियासत भखी है। नोटां ते गांधी दे नाल अंबेडकर दी फोटो भी लगे। जी हाँ, नोटां दे उत्ते जिहड़ी भारतीय करंसी है उस दे उत्ते राष्ट्रपिता महात्मा गांधी दी फोटो लगी हुई है, पर उस दे नाल कुछ होर फोटो लगाईयां जाण तो उसनूं लैके लगातार हुण स्टेटमेंट सामने आ रही ने। जी हाँ, नोटां दे उत्ते गांधी दे नाल अंबेडकर दी फोटो भी लगे। मनीष तिवाड़ी कांग्रेसी आगू MP ने मंग कर रहे हैं ते उधर डॉक्टर राजकुमार विरका दे वल्लों अंबेडकर दी फोटो लगाउण दी वकालत की गई है। बीजेपी का एक तरीके नाल इस मामले दे उत्ते बयान सामने आ गया और यह भी तुहानूं दस दईए कि बाबे नानक दी फोटो लगाउण दी भी मंग हुई है जसबीर डिंपा दे वल्लों। केजरीवाल ने गणेश जी अते मां लक्ष्मी दी फोटो नोटां दे उत्ते लगाउण दी मंग कीती सी ते केजरीवाल ने कहा कि इस दे नाल देश के अर्थचारे का फायदा होगा। साइंटिफिक जिक्र कर रहे कि साइंटिफिक लॉजिक है इस दे पिछे आम आदमी पार्टी। हुण सवाल ही है कि फोटो वाकई किस दी लगेगी या नहीं लगेगी, पर फिलहाल फोटो के नाम के उत्ते इस समय सियासी ड्रामा खूब हुंदा होया नजर आ रहा। केंद्र सरकार से प्रधानमंत्री जी से अपील है, भारतीय करेंसी के ऊपर एक तरफ गांधी जी की तस्वीर है, वो वैसे ही रहनी चाहिए, लेकिन दूसरी तरफ श्री गणेश जी की और श्री लक्ष्मी जी की तस्वीर भारतीय करेंसी के ऊपर लगाई जाए। इससे पूरे देश को उनका आशीर्वाद मिलेगा। देखिए, जो आपकी करेंसी है, जो नगदी है, वो आपकी प्रभुसत्ता का प्रतिबिंब है
और वो जो प्रभुसत्ता है उसको दिलवाने में महात्मा गांधी जी की सबसे अहम भूमिका रही है, क्योंकि भारत के आज़ादी आंदोलन के पीछे वो एक बहुत बड़ी नैतिक शक्ति थी। उसके साथ साथ उस प्रभुसत्ता को अगर संवैधानिक अमली जामा किसी ने पहनाया तो वो डॉक्टर बाबा साहब अम्बेडकर ने पहनाया। तो अगर भारत की जो नगदी है, उसकी जो प्रेजेंटेशन है, उसमें एक तब्दीली करनी है तो उसमें इतना लचीलापन है कि आप डॉक्टर बाबा साहब अम्बेडकर की भी उस पर चित्र लगा सकते हैं। गुरु नानक शाह फकीर हिंदुआं दे गुरु, मुसलमानां दे पीर, सब धर्मां नूं ਜਿਹੜੇ ਜਿਨ੍ਹਾਂ ਨੂੰ ਮੰਨਦੇ ਗੁਰੂ ਨਾਨਕ ਸਾਹਿਬ, ਜਿਨ੍ਹਾਂ ਦਾ ਲੰਗਰ ਚਲਾਇਆ ਸਦੀਆਂ ਤੋਂ ਵੱਧਦਾ ਫੁੱਲਦਾ ਤੇ ਅਜੇ ਤੱਕ ਚੱਲਦਾ, ਜਿਨ੍ਹਾਂ ਵੱਲੋਂ ਜਿਹੜੀ ਖੇਤੀ ਸ਼ੁਰੂ ਕੀ ਜਿਹੜੀ ਖੇਤੀ ਕੀਤੀ ਗਈ ਉਹ ਸਦੀਆਂ ਤੋਂ ਪ੍ਰਫੁੱਲਤ ਹੋ ਰਹੀ ਹੈ। ਜੇ ਲਾਉਣੀ ਆ ਤਾਂ ਫਿਰ ਗੁਰੂ ਨਾਨਕ ਸਾਹਿਬ ਦੀ ਫੋਟੋ ਲਾਓ, ਜਿਨ੍ਹਾਂ ਨੂੰ ਸਭ ਧਰਮ ਜਿਹੜਾ ਵਾ ਉਹਨਾਂ ਨੂੰ ਸਜਦਾ ਕਰਦੇ ਆ। ਆਰਬੀਆਈ ਜਿਹੜੇ ਨੋਟ ਛਾਪ ਰਹੀ ਹੈ ਤੇ ਉਹ ਆਰਬੀਆਈ ਦੀ ਸਥਾਪਨਾ ਕਿਹਨੇ ਕੀਤੀ? ਉਹ ਬਾਬਾ ਸਾਹਿਬ ਅੰਬੇਦਕਰ ਨੇ ਕੀਤੀ ਹੈ ਨਾ। ਤੇ ਫਿਰ ਜਿਨਨੇ ਆਰਬੀਆਈ ਦੀ ਸਥਾਪਨਾ ਕੀਤੀ ਹੋਵੇ ਤੇ ਬਈ ਫੋਟੋ ਦੇ ਉੱਪਰ ਤੇ ਬਾਬਾ ਸਾਹਿਬ ਅੰਬੇਦਕਰ ਦਾ ਹੀ ਨਾਂ ਚਾਹੀਦਾ ਹੈ ਤੇ ਫੋਟੋ ਦੇ ਉੱਪਰ ਫੋਟੋ ਤਾਂ ਨੋਟਾਂ ਦੇ ਉੱਪਰ ਬਾਬਾ ਸਾਹਿਬ ਦੀ ਲੱਗਣੀ ਚਾਹੀਦੀ ਹੈ। ਤਾਂ ਨੋਟਾਂ ਦੇ ਉੱਤੇ ਫੋਟੋ ਕਿਸ ਦੀ ਹੋਵੇ? ਕਿ ਬਾਕੀ ਸਮਾਂ ਆਇਆ ਕਿ ਨੋਟਾਂ ਦੇ ਉੱਤੇ ਫੋਟੋ ਬਦਲੀ ਜਾਵੇ ਜਾਂ ਕੋਈ ਹੋਰ ਫੋਟੋ ਲਗਾ ਦਿੱਤੀ ਜਾਵੇ। ਇਸ ਨੂੰ ਲੈ ਕੇ ਸਿਆਸੀ ਘਮਸਾਨ ਤਾਂ ਇਸ ਸਮੇਂ ਜ਼ਰੂਰ ਮਚਿਆ ਹੋਇਆ ਨਜ਼ਰ ਆ ਰਿਹਾ ਹੈ ਅਰਵਿੰਦ ਕੇਜਰੀਵਾਲ ਦੇ ਬਿਆਨ ਤੋਂ ਬਾਅਦ। ਹੁਣ ਅੱਗੇ ਵਧਦੇ ਦਿਨ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ। ਖਬਰ ਨੰਬਰ 1 ਤੁਹਾਡੀ ਟੀਵੀ ਸਕਰੀਨ ਦੇ ਉੱਤੇ ਜਲਦ ਆਏਗੀ ਔਰ ਦਿਨ ਦੀ ਸਭ ਤੋਂ ਵੱਡੀ ਖਬਰ ਅਕਾਲੀ ਦਲ ਦੇ ਨਾਲ ਜੁੜੀ ਹੋਈ ਹੈ। ਅਕਾਲੀ ਦਲ ਐਸਜੀਪੀਸੀ ਕਿਸੇ ਦੀ ਜਾਗੀਰ ਨਹੀਂ ਹੈ। ਪੰਥਕ ਸੰਮੇਲਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਬੋਲਿਆ ਗਿਆ ਤੇ ਕਿਹਾ ਕਿ ਅਕਾਲੀ ਦਲ ਐਸਜੀਪੀਸੀ ਦੋਵੇਂ ਡੈਮੋਕ੍ਰੈਟਿਕ ਨੇ। ਦਰਅਸਲ ਬੀਬੀ ਜਗੀਰ ਕੌਰ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਸੀ ਕਿ ਲਿਫਾਫਾ ਕਲਚਰ ਨੂੰ ਖਤਮ ਕਰਨਾ ਚਾਹੀਦਾ ਹੈ। ਪ੍ਰਧਾਨਗੀ ਦਾ ਅਹੁਦਾ ਜਿਹੜਾ ਐਸਜੀਪੀਸੀ ਦਾ ਹੁੰਦਾ ਹੈ ਉਸ ਨੂੰ ਲੈ ਕੇ ਤੇ ਇਹ ਵੀ ਕਿਹਾ ਕਿ ਇੱਕ ਧਾਰਨਾ ਬਣ ਚੁੱਕੀ ਹੈ, ਇਸ ਕਰਕੇ ਇਸ ਦੇ ਉੱਤੇ ਗੌਰ ਕੀਤਾ ਜਾਵੇ। ਪੰਥਕ ਸੰਮੇਲਨ ਦੇ ਵਿੱਚ ਜਦੋਂ ਬੋਲ ਰਹੇ ਸਨ ਸੁਖਬੀਰ ਸਿੰਘ ਬਾਦਲ ਤਾਂ ਉਹਨਾਂ ਨੇ ਕਿਹਾ ਕਿ ਐਸਜੀਪੀਸੀ ਕਿਸੇ ਦੀ ਜਾਗੀਰ ਨਹੀਂ ਹੈ। ਅਕਾਲੀ ਦਲ ਤੇ ਐਸਜੀਪੀਸੀ ਦੋਵੇਂ ਡੈਮੋਕ੍ਰੈਟਿਕ ਨੇ, ਇਹਨਾਂ ਦੇ ਵਿੱਚ ਲੋਕਤੰਤਰ ਹੈ, ਦੋਵਾਂ ਦੀ ਚੋਣ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਹੁੰਦੀ ਹੈ। ਕੁਝ ਤਾਕਤਾਂ ਅਕਾਲੀ ਦਲ ਐਸਜੀਪੀਸੀ ਨੂੰ ਬਦਨਾਮ ਤੇ ਕਮਜ਼ੋਰ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ। ਬੀਬੀ ਜਗੀਰ ਕੌਰ ਨੇ ਦਰਅਸਲ ਲਿਫਾਫਾ ਕਲਚਰ ਦਾ ਮੁੱਦਾ ਚੁੱਕਿਆ ਸੀ। ਇਲਜ਼ਾਮ ਲੱਗਦੇ ਰਹੇ ਨੇ ਕਿ ਜਦੋਂ ਐਸਜੀਪੀਸੀ ਦੇ ਪ੍ਰਧਾਨ ਦੀ ਚੋਣ ਹੁੰਦੀ ਹੈ ਤਾਂ ਉਸ ਸਮੇਂ ਬਾਦਲ ਪਰਿਵਾਰ ਦੇ ਵੱਲੋਂ ਇੱਕ ਲਿਫਾਫੇ ਦੇ ਵਿੱਚੋਂ ਨਾਮ ਕੱਢ ਦਿੱਤਾ ਜਾਂਦਾ ਤੇ ਉਹੀ ਪ੍ਰਧਾਨ ਬਣਾ ਦਿੱਤਾ ਜਾਂਦਾ ਹੈ। ਹਾਲਾਂਕਿ ਅਕਾਲੀ ਦਲ ਜਾਂ ਐਸਜੀਪੀਸੀ ਦੇ ਜਿਹੜੇ ਵੱਡੇ ਨੁਮਾਇੰਦੇ ਹੁਣ ਤੱਕ ਰਹੇ ਨੇ ਉਹ ਸਾਰੇ ਇਸ ਗੱਲ ਨੂੰ ਨਕਾਰਦੇ ਰਹੇ ਨੇ, ਪਰ ਬੀਬੀ ਜਗੀਰ ਕੌਰ ਦੇ ਵੱਲੋਂ ਜਿਹੜੀ ਸਟੇਟਮੈਂਟ ਦਿੱਤੀ ਗਈ ਉਸਨੇ ਜ਼ਰੂਰ ਕਈ ਸਵਾਲ ਖੜੇ ਕਰ ਦਿੱਤੇ ਨੇ। ਐਸਜੀਪੀਸੀ ਪ੍ਰਧਾਨ ਦੀ ਚੋਣ ਦੇ ਲਈ ਲਿਫਾਫਾ ਕਲਚਰ ਬੰਦ ਹੋਵੇ, ਬੀਬੀ ਜਗੀਰ ਕੌਰ ਨੇ ਇਹ ਬਿਆਨ ਦਿੱਤਾ। ਆ ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਦੀ ਫੌਜ ਹੈ। ਇਸ ਕਰਕੇ ਮੈਂ ਬੇਨਤੀ ਕਰਨਾ ਹੈ, ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਦੀ ਜਾਇਦਾਦ ਨਹੀਂ, ਕਿਸੇ ਦਾ ਇਹਦੇ ਤੇ ਕਬਜ਼ਾ ਨਹੀਂ। ਆ ਕੌਮ ਦੀ ਜਾਇਦਾਦ ਹੈ, ਕੌਮ ਦਾ ਕਬਜ਼ਾ ਇਹਦੇ ਤੇ ਹੈ। ਸ਼੍ਰੋਮਣੀ ਅਕਾਲੀ ਦਲ ਵੀ ਡੈਮੋਕ੍ਰੈਟਿਕ ਹੈ। ਸਿੱਖ ਪੰਥ ਬਹਿ ਕੇ ਚੁਣਦੇ ਕੌਣ ਸੇਵਾ ਸੰਭਾਲੇ, ਉਵੇਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। 100 ਸਾਲ ਲਗਾਤਾਰ ਇਲੈਕਸ਼ਨ ਹੁੰਦੇ ਹੈ। 100 ਸਾਲ ਇਲੈਕਸ਼ਨ ਦੇ ਦੌਰਾਨ ਸਿੱਖ ਸੰਗਤ ਵੋਟਾਂ ਪਾ ਕੇ ਕਮੇਟੀ ਬਣਾਉਂਦੀ ਹੈ। ਸੋ ਕਿਵੇਂ ਕਹਿ ਸਕਦੇ ਕਬਜ਼ੇ? ਆ ਕੌਣ ਹੈ ਲੋਕ ਜਿਹੜੇ ਬਦਨਾਮ ਕਰਨ ਤੇ ਲੱਗੇ ਹੈ? ਜਿਵੇਂ ਮਹਾਂਪੁਰਖਾਂ ਨੇ ਹੁਣੇ ਗੱਲ ਕੀਤੀ ਕਿ ਆਪਣੇ ਕੌਮ ਵਿੱਚ ਇਹੋ ਜਿਹੇ ਲੋਕ ਆ ਗਏ ਹਨ ਜਿਨ੍ਹਾਂ ਦਾ ਪਹਿਰਾਵਾ ਆਪਣੇ ਵਰਗਾ, ਪਰ ਉਹਨਾਂ ਦਾ ਨਿਸ਼ਾਨਾ ਕੌਮ ਨੂੰ ਖਤਮ ਕਰਨਾ ਹੈ। ਹੌਲੀ ਹੌਲੀ ਉਹ ਸੈਂਟਰ ਦੀ ਤਾਕਤਾਂ ਏਜੰਸੀਆਂ ਵਿੱਚ ਪੈ ਗਈਆਂ। ਉਹਨਾਂ ਨੂੰ ਪਤਾ ਹੈ ਕਿ ਸਿੱਖ ਪੰਥ ਨੂੰ ਕਮਜ਼ੋਰ ਕਰਨ ਦਾ ਇੱਕੋ ਹੀ ਤਰੀਕਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰ ਦਿਓ। ਨਿਸ਼ਚਿਤ ਹੋ ਜਾਂਦਾ। ਤਾਂ ਅਕਾਲੀ ਦਲ ਦੇ ਪ੍ਰਧਾਨ ਕਹਿ ਰਹੇ ਨੇ ਕਿ ਇਹ ਜਾਇਦਾਦ ਕਿਸੇ ਦੀ ਨਹੀਂ ਹੈ, ਅਕਾਲੀ ਦਲ ਵੀ ਤੇ ਐਸਜੀਪੀਸੀ ਵੀ। ਦਰਅਸਲ ਬੀਬੀ ਜਗੀਰ ਕੌਰ ਐਸਜੀਪੀਸੀ ਪ੍ਰਧਾਨ ਦੀ ਚੋਣ ਲੜਨ ਦੇ ਉੱਤੇ ਬਜਿੱਦ ਨੇ। ਉਹਨਾਂ ਨੇ ਨਿਊਜ਼ 18 ਦੇ ਨਾਲ ਗੱਲਬਾਤ ਕਰਦਿਆਂ ਲਿਫਾਫਾ ਕਲਚਰ ਦੇ ਉੱਤੇ ਸਵਾਲ ਚੁੱਕੇ।
ਸਾਡੇ ਉੱਤੇ ਕਿੰਤੂ ਪਰੰਤੂ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਾਰੇ ਮੈਂਬਰਾਂ ਕੋਲੋਂ ਅਧਿਕਾਰ ਲੈ ਲੈਂਦੇ ਆ, ਫਿਰ ਬਿਨਾਂ ਕਿਸੇ ਵਿਚਾਰ ਤੋਂ, ਬਿਨਾਂ ਕਿਸੇ ਮੈਂਬਰਾਂ ਨੂੰ ਦੱਸਣ ਤੋਂ ਲਿਫਾਫੇ ਵਿੱਚੋਂ ਪ੍ਰਧਾਨ ਕੱਢਦੇ ਆ। ਕਿਉਂਕਿ ਜਦੋਂ ਅਸੀਂ ਵੀ ਬਣਦੇ ਆ, ਮੈਂ ਵੀ 4 ਵਾਰੀ ਬਣੀ ਹੈ, ਤਾਂ ਜਦੋਂ ਮੈਨੂੰ ਵੀ 1 ਵਜੇ ਪਤਾ ਲੱਗਦਾ ਹੁੰਦਾ ਸੀਗਾ ਕਿ ਪ੍ਰਧਾਨ ਕੌਣ ਚੁਣਿਆ ਜਾਣਾ, ਭਾਵੇਂ ਸਾਰੇ ਮੈਂਬਰਾਂ ਦੀ ਸਲਾਹ ਵੀ ਕਰਦੇ ਆ, ਮੈਂ ਨਹੀਂ ਕਹਿੰਦੀ ਕਿ ਸਲਾਹ ਨਹੀਂ ਕਰਦੇ, ਮੈਂਬਰਾਂ ਕੋਲੋਂ ਪੁੱਛਦੇ ਵੀ ਹੈ, ਕੋਰ ਕਮੇਟੀ ਨਾਲ ਸਲਾਹ ਕਰਦੇ ਆ, ਲੀਡਰਾਂ ਕੋਲੋਂ ਪੁੱਛਦੇ ਆ, ਲੇਕਿਨ ਜਦੋਂ ਰਿਜ਼ਲਟ ਜਿਹੜਾ ਹੁੰਦਾ ਮੇਨ ਕੈਂਡੀਡੇਟ ਦਾ, ਉਹ ਕੈਂਡੀਡੇਟ ਦਾ ਰਿਜ਼ਲਟ ਜਦੋਂ ਸਵੇਰ ਨੂੰ ਆਉਂਦਾ 1 ਵਜੇ, ਤਾਂ ਉਸ ਵੇਲੇ ਸਾਰਿਆਂ 'ਚ ਇੱਕਦਮ ਹੁੰਦਾ ਹੈ ਕਿ ਭਾਵੇਂ ਕਿਸੇ ਦੀ ਯੋਗਤਾ ਨਹੀਂ ਦੇਖੀ ਜਾਂਦੀ, ਸ਼ਾਇਦ ਕਿਸੇ ਦੀ ਰੁਚੀ ਨਹੀਂ ਦੇਖੀ ਜਾਂਦੀ, ਕਿਸੇ ਦੀ ਕੰਮ ਕਰਨ ਦੀ ਭਾਵਨਾ ਨਹੀਂ ਦੇਖੀ ਜਾਂਦੀ, ਤੇ ਸ਼ਾਇਦ ਇਹ ਲਿਫਾਫੇ 'ਚੋਂ ਨਿਕਲਦਾ। ਗੱਲ ਇਹ ਸੀ, ਤਾਂ ਮੈਂ ਚਾਹੁੰਦੀ ਹੈ ਕਿ ਚਲੋ ਜੇ ਪ੍ਰਧਾਨ ਸਾਹਿਬ ਇਸ ਵਾਰੀ ਇਹਨੂੰ ਥੋੜਾ ਚੇਂਜ ਕਰ ਲੈਣ ਤੇ ਲਿਫਾਫਾ ਕਲਚਰ ਜਿਹੜਾ ਆਮ ਲੋਕਾਂ 'ਚ ਵਸਿਆ ਹੋਇਆ ਉਹ ਨਾ ਹੋਵੇ। ਬਣਨਾ ਸ਼੍ਰੋਮਣੀ ਅਕਾਲੀ ਦਲ ਦਾ ਹੀ, ਹਰ ਵਰਕਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਹੀ ਹੈ, ਹਰ ਮੈਂਬਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਹੀ ਹੈ। ਤਾਂ ਬੀਬੀ ਜਗੀਰ ਕੌਰ ਦਾ ਬਿਆਨ ਤੁਸੀਂ ਸੁਣਿਆ, ਜਿਸ ਤਰੀਕੇ ਦੇ ਨਾਲ ਉਹ ਨਿਸ਼ਾਨਾ ਸਾਧਦੇ ਨਜ਼ਰ ਆ ਰਹੇ ਨੇ। ਉਧਰ ਐਸਜੀਪੀਸੀ ਮੈਂਬਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਨ ਦਾ ਅਧਿਕਾਰ ਹੈ, ਪਰ ਬੀਬੀ ਜਗੀਰ ਕੌਰ ਨੂੰ ਮੇਰੇ 2 ਸਵਾਲ ਨੇ। ਇਹ ਟਵੀਟ ਕੀਤਾ ਗਿਆ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ। ਉਹਨਾਂ ਨੇ 2 ਸਵਾਲਾਂ ਦੇ ਵਿੱਚ ਜ਼ਿਕਰ ਕੀਤਾ ਕਿ ਬਾਦਲਾਂ ਦੇ ਲਿਫਾਫਾ ਕਲਚਰ ਦਾ ਵਿਰੋਧ ਕਰਨ ਦੇ ਲਈ 25 ਸਾਲ ਕਿਉਂ ਲੱਗੇ, ਤੇ ਨਾਲ ਹੀ ਉਹ ਇਹ ਵੀ ਪੁੱਛਦੇ ਨਜ਼ਰ ਆਏ ਸੁਖਪਾਲ ਖਹਿਰਾ ਬੀਬੀ ਜਗੀਰ ਕੌਰ ਨੂੰ ਕਿ ਉਹ ਬੀਜੇਪੀ ਦੇ ਹੱਥਾਂ ਦੇ ਵਿੱਚ ਖੇਡ ਰਹੇ ਨੇ ਤਾਂ ਕਿ ਐਸਜੀਪੀਸੀ ਨੂੰ ਸਿੱਧੇ ਤੌਰ ਦੇ ਉੱਤੇ ਬੀਜੇਪੀ ਨੂੰ ਸੌਂਪਿਆ ਜਾ ਸਕੇ। ਰੁਕਣੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਬ੍ਰੇਕ ਦੇ ਉਸ ਪਾਰ ਵੀ ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ।